विद्यार्थी वर्ग लगातार संघर्ष के राह ते है। बहुत सारिया मंगां ने जिन्हां नूं लैके धरना किया जा रहा है। मुर्दाबाद 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 छत्तीसगढ़ प्रशासन मुर्दाबाद 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 धरना देण दी लोड़ क्यों पै जांदी है हर वार विद्यार्थी नूं? पढ़न तो बाद भी स्टूडेंट ਨੂੰ नहीं डिग्री देनी ਇਹ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਸੰਵਿਧਾਨਕ ਹੱਕ ਹੈਗਾ, ਫੰਡਾਮੈਂਟਲ ਰਾਈਟਸ ਹੈਗੇ ਨੇ, ਰਾਈਟ ਟੂ ਐਜੂਕੇਸ਼ਨ। ਉਹਨੂੰ ਜਦੋਂ ਨਹੀਂ ਲਾਗੂ ਕੀਤਾ ਜਾਂਦਾ ਇਹਦੇ ਪਿੱਛੇ ਕੋਈ ਨਾ ਕੋਈ ਮਾਨਸਿਕਤਾ। ਪਹਿਲੀ ਮੰਗ ਹੈਗੀ ਆ ਐਸਸੀ ਸਟੂਡੈਂਟ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅੰਡਰ ਕਵਰ ਹੁੰਦੇ ਨੇ ਸਟੂਡੈਂਟ, ਇਹਦੇ 'ਚ ਸਫਰ ਨਹੀਂ ਹੋਣੇ ਚਾਹੀਦੇ। ਦੂਜੀ ਮੰਗ ਹੈਗੀ ਆ ਹੋਸਟਲਾਂ ਦੀਆਂ ਸਪੈਸ਼ਲ ਗ੍ਰਾਂਟਾਂ ਆਈਆਂ ਸੀ ਯੂਜੀਸੀ ਦੇ ਵੱਲੋਂ, ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ। ਤੀਜੀ ਮੰਗ ਹੈਗੀ ਆ ਹਰਿਆਣੇ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਸੇਮ ਬੈਨੀਫਿਟ ਦੇਣਾ। ਹਾਲੇ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਤੇ ਅਸੀਂ ਵੀ ਉਦੋਂ ਤੱਕ ਧਰਨੇ ਤੇ ਰਹਾਂਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ। ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ। ਪਾਵਰ ਲੱਗਦਾ ਨਹੀਂ ਕਿ ਫਿਰ ਕੇਂਦਰ ਦੇ ਹੱਥ ਹੈਗੀ ਹੈ, ਇਸੇ ਕਰਕੇ ਸਾਰਾ ਮਾਹੌਲ ਵਿਗੜ ਰਿਹਾ ਇਸ ਯੂਨੀਵਰਸਿਟੀ ਦੇ ਵਿੱਚ। ਜਿਹੜੇ ਇਹਨਾਂ ਦੇ ਗ੍ਰੰਥ ਕਹਿੰਦੇ ਆ ਢੋਲ ਗਵਾਰ ਪਸ਼ੂ ਸੂਦਰ ਨਾਰੀ ਪੰਚੋ ਤਾਰਨ ਕੇ ਅਧਿਕਾਰੀ, ਉਹੀ ਜਿਹੜੀਆਂ ਇਹਨਾਂ ਦੀਆਂ ਸਿਸਟਮ ਆ ਮਨੂਵਾਦੀ ਸਿਸਟਮ ਆ ਉਹ ਦੁਬਾਰਾ ਥੋਪਿਆ ਜਾ ਰਿਹਾ। ਅੱਜ ਇੱਥੇ ਸੰਵਿਧਾਨ ਲਾਗੂ ਆ ਤੇ ਲੋਕ ਆਪਦੇ ਹੱਕਾਂ ਲਈ ਸੁਚੇਤ ਆ ਤੇ ਲੋਕ ਲੜਨਾ ਜਾਣਦੇ ਆ ਤੇ ਆਪਦੇ ਹੱਕ ਲੈਣਾ ਜਾਣਦੇ ਆ ਤੇ ਅਸੀਂ ਲੜਾਂਗੇ, ਆਪਦੇ ਹੱਕ ਲਵਾਂਗੇ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਵਿਦਿਆਰਥੀ ਵਰਗ ਲਗਾਤਾਰ ਸੰਘਰਸ਼ ਦੇ ਰਾਹ ਤੇ ਹੈ ਕਿਉਂਕਿ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਸ਼ਾਸਨ ਆ ਪੰਜਾਬ ਯੂਨੀਵਰਸਿਟੀ ਦਾ ਉਹ ਅਣਦੇਖੀ ਕਰ ਰਿਹਾ ਹੈਗਾ। ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਹੈਗਾ। ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਧਰਨਾ ਕੀਤਾ ਜਾ ਰਿਹਾ, ਪਰ ਹਾਲੇ ਤੱਕ ਵੀਸੀ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਇਹਨਾਂ ਦੀ ਆਵਾਜ਼ ਜਿਹੜੀ ਹੈ ਸੁਣੀ ਨਹੀਂ ਜਾ ਰਹੀ। ਸਾਫ਼ ਤੌਰ ਤੇ ਨੋਟੀਫਿਕੇਸ਼ਨਾਂ ਹੋ ਜਾਂਦੀਆਂ ਨੇ, ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ, SC ST ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ, ਪਰ ਕਿਉਂ ਇਹ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ? ਗੱਲਬਾਤ ਕਰਦੇ ਹਾਂ। ਗੁਰਦੀਪ, ਜਦੋਂ ਅਸੀਂ ਸਮਝੀਏ ਧਰਨਾ ਦੇਣ ਦੀ ਲੋੜ ਕਿਉਂ ਪੈ ਜਾਂਦੀ ਹੈ ਹਰ ਵਾਰ ਵਿਦਿਆਰਥੀ ਨੂੰ? ਲੱਗਦਾ ਕਿ ਧਰਨਿਆਂ ਦੇ ਰਾਹ ਤੇ ਪੈ ਕੇ ਹੀ ਹਰੇਕ ਮੰਗ ਪੂਰੀ ਕਰਵਾਉਣੀ ਹੈ। ਇਹ ਸ਼ਾਇਦ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੱਗਣ ਲੱਗ ਗਿਆ ਕਿ ਵੀ ਕਿਉਂਕਿ ਜੇ ਸਾਨੂੰ ਪਹਿਲੀ ਗੱਲ ਤਾਂ ਸਾਨੂੰ ਪਹਿਲਾਂ ਸਕੀਮਾਂ ਬਣਾਉਣ ਲਈ ਲੜਨਾ ਪੈਂਦਾ, ਫਿਰ ਉਸ ਤੋਂ ਬਾਅਦ ਸਕੀਮਾਂ ਇੰਪਲੀਮੈਂਟ ਕਰਾਉਣ ਦੇ ਲਈ ਲੜਨਾ ਪੈਂਦਾ। ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਚ ਪਤਾ ਨਹੀਂ ਤਾਂ ਉਹ ਜਾਤੀਵਾਦੀ ਮਾਨਸਿਕਤਾ, ਉਹ ਦੇਖਿਆ ਹੋਵੇਗਾ ਤੁਸੀਂ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਜਵਾਕ ਨੂੰ ਇੱਕ ਜਿਹੜਾ ਮਾਸਟਰ ਸੀ ਉਹਨੇ ਕੁੱਟ-ਕੁੱਟ ਕੇ ਮਾਰ ਦਿੱਤਾ ਕਿ ਉਹਨੇ ਘੜੇ ਨੂੰ ਹੱਥ ਲਾਇਆ ਸੀ। ਹੁਣ ਇੱਥੇ ਇਹ ਆ ਯੂਨੀਵਰਸਿਟੀ ਦੇ ਵਿੱਚ ਉਹ ਤਾਂ ਕਹਿ ਨਹੀਂ ਸਕਦੇ ਕਿ ਵਾਟਰ ਕੂਲਰਾਂ ਨੂੰ ਹੱਥ ਲਾਉਣੇ ਤਾਂ ਮਾਰ ਦੇਵਾਂਗੇ। ਉਹਨਾਂ ਕੋਲ ਇੱਕੋ ਇੱਕ ਚੀਜ਼ ਆ ਕਿ ਤੁਸੀਂ ਪੜ੍ਹ ਗਏ ਹੋ ਤੇ ਤੁਹਾਨੂੰ ਜਿਹੜੇ ਸੰਵਿਧਾਨਕ ਹੱਕ ਨੇ ਉਹ ਪੜ੍ਹਨ ਤੋਂ ਬਾਅਦ ਵੀ ਸਟੂਡੈਂਟ ਨੂੰ ਨਹੀਂ ਡਿਗਰੀ ਦੇਣੀ, ਤਾਂ ਇਹ ਮੈਨੂੰ ਲੱਗਦਾ ਉਹਦੇ ਨਾਲ ਕੰਪੈਰੀਜ਼ਨ ਕੀ ਕਰਕੇ ਦੇਖਿਆ ਜਾਵੇ ਕਿ ਇਹ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਤੇ ਇਸ ਤੋਂ ਬਾਅਦ ਜਦੋਂ ਸਰਕਾਰੀ ਪ੍ਰੋਵੀਜ਼ਨਸ ਹੈਗੀਆਂ ਨੇ, ਸਰਕਾਰ ਨੇ ਕਹਿ ਦਿੱਤਾ ਸੰਵਿਧਾਨਕ ਹੱਕ ਹੈਗਾ, ਫੰਡਾਮੈਂਟਲ ਰਾਈਟਸ ਹੈਗੇ ਨੇ, ਰਾਈਟ ਟੂ ਐਜੂਕੇਸ਼ਨ, ਤੇ ਜਿਹਦੇ ਅਕੋਰਡਿੰਗ ਇਹ ਸਾਰੇ ਸਾਡੇ ਲਈ ਇਹ ਪਾਲਿਸੀਜ਼ ਬਣੀਆਂ ਹੋਈਆਂ ਨੇ, ਉਹਨੂੰ ਜਦੋਂ ਨਹੀਂ ਲਾਗੂ ਕੀਤਾ ਜਾਂਦਾ ਇਹਦੇ ਪਿੱਛੇ ਕੋਈ ਨਾ ਕੋਈ ਮਾਨਸਿਕਤਾ। ਤੇ ਧਰਨੇ ਲਾਉਣ ਦੇ ਨਾਲ ਇਹ ਪਤਾ ਨਹੀਂ ਤਾਂ ਸਾਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਵੀ ਤੁਸੀਂ ਵੀ ਹਲੇ 2000 ਸਾਲ ਪਿੱਛੇ ਹੀ ਹੋ ਤੇ ਤੁਹਾਡੇ ਤੋਂ ਅਸੀਂ ਤੁਹਾਨੂੰ ਇਹ ਤੁਹਾਡੇ ਹੱਕ ਇੰਨੀ ਜਲਦੀ ਨਹੀਂ ਦੇਵਾਂਗੇ। ਅੱਜ ਮੰਗਾਂ ਦੀ ਗੱਲ ਕਰੀਏ ਖਾਸ ਕਰਕੇ, ਕਿਉਂਕਿ ਜਦੋਂ ਅਸੀਂ SC ST ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਤਾਂ ਹਰੇਕ ਵਾਰੀ ਧਰਨੇ ਦੇਣੇ ਪੈਂਦੇ ਨੇ। ਇੱਥੇ ਜਿਹੜੀਆਂ ਮੰਗਾਂ ਨੇ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਿਹੜੀਆਂ ਮੰਗਾਂ ਲੈ ਕੇ ਤੁਸੀਂ ਇਸੇ ਧਰਨੇ ਤੇ ਬੈਠੇ ਹੋ? ਪਹਿਲੀ ਮੰਗ ਹੈਗੀ ਆ ਕਿ ਜਿਹੜੇ ਪੰਜਾਬ ਦੇ SC ਸਟੂਡੈਂਟ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਅੰਡਰ ਕਵਰ ਹੁੰਦੇ ਨੇ, ਉਹਨਾਂ ਦੇ ਜਿਹੜੇ ਪੈਸੇ ਨੇ ਸਰਕਾਰ ਨੇ ਦੇਣੇ ਹੁੰਦੇ ਨੇ। ਸਰਕਾਰ ਤੇ ਯੂਨੀਵਰਸਿਟੀ ਦੇ ਵਿਚਕਾਰ ਦਾ ਮਸਲਾ, ਇਹ ਜਿਹੜੀ ਸੈਂਟਰ ਦੀ ਸਕੀਮ ਆ ਉਹਦੇ ਵਿੱਚ ਵੀ ਇਹ ਕਿਹਾ ਹੋਇਆ। ਉਸ ਤੋਂ ਬਾਅਦ ਸਟੇਟ ਨੇ ਜਦੋਂ ਇਹਨੂੰ ਮੋਡੀਫਾਈ ਕਰਕੇ ਅੱਗੇ ਨੋਟੀਫਾਈ ਕੀਤਾ ਉਹਨੇ ਵੀ ਕਿਹਾ ਹੋਇਆ। ਪਿਛਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਮਾਨਯੋਗ CM ਸਾਹਿਬ ਨੇ ਅਸੀਂ ਅਪਰੋਚ ਕੀਤੀ ਸੀ ਪੰਜਾਬ ਸਰਕਾਰ ਵੱਲ, ਉਹਨਾਂ ਨੇ ਵੀ ਇਹ ਕਹਿ ਦਿੱਤਾ ਸੀ ਕਿ ਕਿਸੇ ਵੀ ਵਿਦਿਆਰਥੀ ਦੀਆਂ ਡਿਗਰੀਆਂ ਨਹੀਂ ਰੋਕੀਆਂ ਜਾਣਗੀਆਂ। ਇਹ 'ਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਜਿਹੜਾ ਪੈਸਿਆਂ ਦਾ ਲੈਣ ਦੇਣਾ ਹੈ ਯੂਨੀਵਰਸਿਟੀਆਂ ਕਾਲਜਾਂ ਦਾ ਤੇ ਸਰਕਾਰ ਦਾ ਆਪਸ ਵਿੱਚ ਦਾ ਹੈਗਾ, ਸਟੂਡੈਂਟ ਇਹਦੇ 'ਚ ਸਫਰ ਨਹੀਂ ਹੋਣੇ ਚਾਹੀਦੇ। ਇਸ ਮੰਗ ਨੂੰ ਲੈ ਕੇ ਅਸੀਂ ਬੈਠੇ ਸੀ ਕਿ ਸਟੂਡੈਂਟ ਦੀਆਂ ਡਿਗਰੀਆਂ ਰਿਲੀਜ਼ ਕੀਤੀਆਂ ਜਾਣ। ਦੂਜੀ ਮੰਗ ਹੈਗੀ ਆ SC ST ਸਟੂਡੈਂਟਸ ਦੇ ਹੋਸਟਲਾਂ ਦੀਆਂ ਸਪੈਸ਼ਲ ਗ੍ਰਾਂਟਾਂ ਆਈਆਂ ਸੀ UGC ਦੇ ਵੱਲੋਂ, ਆਲ ਇੰਡੀਆ ਟੈਕਨੀਕਲ ਐਜੂਕੇਸ਼ਨ ਦੇ ਵੱਲੋਂ, ਕਿ ਇਹਨਾਂ ਵਾਸਤੇ ਸਪੈਸ਼ਲ ਜਿਹੜੇ ਹੋਸਟਲ ਬਣਨ। ਉਹਨਾਂ ਨੇ ਇੱਕ ਆਪਣੇ ਬਜਟ 'ਚੋਂ ਪ੍ਰੋਵੀਜ਼ਨ ਕਰਕੇ ਦਿੱਤੀਆਂ ਸੀ, ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਉਹਦੇ ਹਿਸਾਬ ਨਾਲ ਤੇ ਰਿਜ਼ਰਵੇਸ਼ਨ ਪੋਲਿਸੀ ਦੇ ਹਿਸਾਬ ਨਾਲ। ਤੀਜੀ ਮੰਗ ਹੈਗੀ ਆ ਹਰਿਆਣੇ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਸੇਮ ਬੈਨੀਫਿਟ ਦੇਣਾ ਜਿੱਦਾਂ ਪੰਜਾਬ ਦੇ ਸਟੂਡੈਂਟ ਨੂੰ ਹੁੰਦਾ ਕਿ ਔਨ ਦਾ ਸਪੋਰਟ ਸਿਕਿਉਰਿਟੀ ਅਮਾਊਂਟ ਦੇ ਕੇ ਐਡਮਿਸ਼ਨ ਲੈ ਲੈਂਦੇ ਨੇ, ਉਸ ਤੋਂ ਬਾਅਦ ਸਰਕਾਰ ਰਿੰਬਰਸਮੈਂਟ ਕਰਦੀ ਆ ਪੈਸਿਆਂ ਦੀ। ਇਹ ਸਰਕਾਰੀ ਪਾਲਿਸੀ ਆ, ਅਸੀਂ ਆਪਦੇ ਕੋਲੋਂ ਨਹੀਂ ਕਹਿ ਰਹੇ, ਸਰਕਾਰ ਕਹਿ ਰਹੀ। ਉਹੀ ਸਰਕਾਰ ਜਿਹਦੇ ਅੰਡਰ ਇਹ ਵਾਈਸ ਚਾਂਸਲਰ ਸਾਹਿਬ ਆਪਣੇ ਅਪਾਇੰਟਮੈਂਟ ਇਹਨਾਂ ਦੀ ਹੋਈ ਹੋਈ ਆ। ਤੇ ਇਹਨਾਂ ਮੰਗਾਂ ਦੇ ਲਈ ਅਸੀਂ ਜੋ ਧਰਨਾ ਦਿੱਤਾ, ਇਹਨਾਂ ਨੇ ਡਿਸਾਈਡ ਵੀ ਕਰ ਲਿਆ ਸੀ ਕਿ ਤੁਹਾਡੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਇਹਨਾਂ ਦੀ ਆਪਦੀ ਇੱਕ ਕਮੇਟੀ ਵਾਈਸ ਚਾਂਸਲਰ ਨੇ ਬਣਾਈ ਸੀ, ਉਸੇ ਕਮੇਟੀ 'ਚ ਡਿਸਾਈਡ ਹੋਇਆ ਸੀ। ਹੁਣ ਇਹ ਜਿਹੜੀ ਉਹਦੀ ਫਾਈਨਲ ਅਪਰੂਵਲ ਆ ਉਹ ਵਾਈਸ ਚਾਂਸਲਰ ਦੇ ਕੋਲ ਪਈ ਆ ਤੇ ਉਹ ਨਹੀਂ ਦੇ ਰਹੇ। 15 ਅਗਸਤ ਵੀ ਲੰਘ ਗਈ ਆ, ਸ਼ਾਇਦ ਪਤਾ ਲੱਗਿਆ ਕੱਲ ਸਾਡੇ VC ਸਾਹਿਬ ਕਿਤੇ ਬਾਹਰ ਗਏ ਹੋਏ ਨੇ
ਤੇ ਹਾਲੇ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਤੇ ਅਸੀਂ ਵੀ ਉਦੋਂ ਤੱਕ ਧਰਨੇ ਤੇ ਰਹਾਂਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਗਈਆਂ। ਕਿਹਾ ਕੀ ਜਾ ਰਿਹਾ ਹੈ? ਕਿਉਂਕਿ ਦੇਖੋ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਕਹਿ ਦਿੱਤਾ ਕਿ ਪੈਸਿਆਂ ਦਾ ਲੈਣ ਦੇਣ ਤਾਂ ਸਰਕਾਰ ਤੇ ਯੂਨੀਵਰਸਿਟੀ ਦਾ ਆਪਣਾ ਹੈਗਾ, ਤਾਂ ਵਿਦਿਆਰਥੀ ਸਫਰ ਨਹੀਂ ਕਰਨੇ ਚਾਹੀਦੇ। ਫਿਰ ਵੀਸੀ ਸਾਹਿਬ, ਕਿਉਂਕਿ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਕੋਈ ਨਾ ਕੋਈ ਵਿਤਕਰਾ ਰਹਿੰਦਾ, ਤੇ ਇਸ ਵਾਰ ਕਿਹਾ ਕੀ ਜਾ ਰਿਹਾ, ਟਾਲਾ ਕਿਸ ਤਰੀਕੇ ਨਾਲ ਵੱਟਿਆ ਜਾ ਰਿਹਾ ਇੱਥੇ? ਇਹਦੇ ਲਈ ਅਸੀਂ ਜੇ ਕਹੀਏ ਸਿੱਧੇ ਸ਼ਬਦਾਂ 'ਚ ਜਾਤੀਵਾਦੀ ਮਾਨਸਿਕਤਾ ਹੀ ਹੋ ਸਕਦੀ ਆ। ਤੇ ਦੂਜੀ ਗੱਲ, ਸਾਨੂੰ ਮੀਟਿੰਗ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਅਸੀਂ ਕਿਹਾ ਪੰਜਾਬ, ਇਸ ਤੋਂ ਪਹਿਲਾਂ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਆਹ ਰੂਲਿੰਗ ਕੀਤੀ ਹੈ, ਨੋਟੀਫਿਕੇਸ਼ਨ ਦਿੱਤਾ, ਕਹਿੰਦੇ ਪੰਜਾਬ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਹੈ। ਇਹਦਾ ਮਤਲਬ ਕਿ ਪੰਜਾਬ ਸਰਕਾਰ ਦੀ ਜਾਂ ਜਿਹੜੀ ਵੀ ਸਰਕਾਰ, ਇਹਦੇ ਤੇ ਹੁਣ ਪੰਜਾਬ ਦਾ ਸਿੱਧਾ ਸਟੇਕ ਆ, ਤੇ ਪੰਜਾਬ ਦੀ ਵੀ ਨਹੀਂ ਮੰਨ ਰਿਹਾ, ਸਰਕਾਰ ਦੀ ਵੀ ਨਹੀਂ ਮੰਨ ਰਿਹਾ ਕਿ ਸੀਐਮ ਪ੍ਰੈਸ ਕਾਨਫਰੰਸ ਕਰਕੇ ਉਹ ਆਪਣੀ ਕੈਬਨਿਟ ਦੇ ਵਿੱਚ ਡਿਸਾਈਡ ਕਰ ਰਿਹਾ, ਉਹਦੀ ਵੀ ਨਹੀਂ ਮੰਨ ਰਹੇ, ਤੇ ਵਾਈਸ ਚਾਂਸਲਰ ਫਿਰ ਆਪਣੇ ਆਪ ਨੂੰ ਫਿਰ ਉਹੀ ਜਿਹੜਾ ਮਤਲਬ ਭਗਵਾਨ ਹੀ ਮੰਨ ਰਿਹਾ ਕਿ ਮੈਂ ਸਭ ਤੋਂ ਸੁਪਰੀਮ ਹੋ ਗਿਆ। ਯਾਨੀ ਕਿ ਪਾਵਰ ਲੱਗਦਾ ਨਹੀਂ ਕਿ ਫਿਰ ਕੇਂਦਰ ਦੇ ਹੱਥ ਹੈਗੀ ਹੈ, ਇਸੇ ਕਰਕੇ ਸਾਰਾ ਮਾਹੌਲ ਵਿਗੜ ਰਿਹਾ ਇਸ ਯੂਨੀਵਰਸਿਟੀ ਦੇ ਵਿੱਚ। ਬਿਲਕੁਲ ਲੱਗ ਰਿਹਾ, ਤੇ ਜਿਹੜੇ ਪਿਛਲੇ ਦਿਨ ਹੀ ਕਹਿ ਰਹੇ ਸੀ ਕੇਂਦਰੀਕਰਨ ਹੋਣਾ ਚਾਹੀਦਾ, ਉਹਨਾਂ ਨੂੰ ਵੀ ਇਹ ਥੋੜਾ ਸਾਫ਼ ਦੇਖਣਾ ਚਾਹੀਦਾ, ਕਿਉਂਕਿ ਜਦੋਂ ਕਮੇਟੀਆਂ ਬਣਾ ਦਿੱਤੀਆਂ ਸੀ, ਕਮੇਟੀਆਂ ਨੇ ਆਪਣਾ ਡਿਸਾਈਡ ਕਰਨਾ ਸੀ। ਮੰਨ ਲਓ ਇੱਕ ਸਪੈਸ਼ਲ ਕਮੇਟੀਆਂ ਬਣਾਈਆਂ ਨੇ, ਉਹਨੇ ਡਿਸਾਈਡ ਕਰਨਾ ਸੀ। ਕਮੇਟੀਆਂ ਨੇ ਜਦੋਂ ਸਾਡੇ ਪੱਖ 'ਚ ਡਿਸਾਈਡ ਕਰ ਲਿਆ, ਉਸ ਤੋਂ ਬਾਅਦ ਹੀ ਫਿਰ ਵਾਈਸ ਚਾਂਸਲਰ ਉਹਨੂੰ ਕੋਈ ਅਪਰੂਵਲ ਦੇਵੇਗਾ। ਇਹਦੇ ਲਈ ਤਾਂ ਇਹ ਲੱਗਦਾ ਕਿ ਖਤਰਾ ਹੀ ਆ ਕੁਛ ਨਾ ਕੁਛ, ਕਿਉਂਕਿ ਵੀ ਜੇ ਕਿਸੇ ਦੀ ਜਿਹੜਾ ਉਹਦੇ 'ਚ ਜੇ ਬਣਾ ਵੀ ਦਿੱਤੀ ਕਮੇਟੀ, ਉਹਦੀ ਫਿਰ ਵੀ ਨਹੀਂ ਮੰਨਣੀ ਹੈਗੀ। ਬਈ ਇਹ ਬੜੀਆਂ ਤਸਵੀਰਾਂ ਲੱਗੀਆਂ ਨੇ ਪਿੱਛੇ, ਮੈਨੂੰ ਲੱਗਦਾ ਕਿ ਬੜੀਆਂ ਆਪਣੇ ਆਪ ਦੇ ਵਿੱਚ ਵਿਲੱਖਣਤਾ ਦੇ ਨਾਲ ਲੋਕਾਂ ਨੂੰ ਸਮਝਾਉਂਦੀਆਂ ਨੇ ਕਿ ਜਾਤੀ ਵੱਡੀ ਅਹਿਮੀਅਤ ਨਹੀਂ ਰੱਖਦੀ ਹੁੰਦੀ, ਇਨਸਾਨ ਦਾ ਕਿਰਦਾਰ ਕੀ ਹੈਗਾ, ਉਹਨੇ ਦੇਸ਼ ਲਈ ਕੀ ਕੀਤਾ ਹੈਗਾ, ਉਹ ਜ਼ਿਆਦਾ ਅਹਿਮੀਅਤ ਰੱਖਦਾ ਹੁੰਦਾ। ਲੱਗਦਾ ਕਿ ਇਹਨਾਂ ਤਸਵੀਰਾਂ ਦਾ ਵੀ ਪ੍ਰਸ਼ਾਸਨ ਤੇ ਕੋਈ ਅਸਰ ਨਹੀਂ ਹੋ ਰਿਹਾ ਇੱਥੇ? ਬਿਲਕੁਲ ਨਹੀਂ ਹੋ ਰਿਹਾ ਜੀ। ਇਹਨਾਂ ਦੀ ਜਿਹੜੀ ਉਹੀ ਜਿਹੜਾ 2000 ਸਾਲ ਪੁਰਾਣਾ ਜਿਹੜਾ ਦੌਰ ਆ, ਮਨੂ ਸਿਮਰਤੀ ਦਾ ਜਿਹੜਾ ਦੌਰ ਆ, ਜਿਹੜੇ ਇਹਨਾਂ ਦੇ ਗ੍ਰੰਥ ਕਹਿੰਦੇ ਆ ਢੋਲ ਗਵਾਰ ਪਸ਼ੂ ਸੂਦਰ ਨਾਰੀ ਪਾਂਚੋ ਤਾਰਨ ਕੇਲ ਅਧਿਕਾਰੀ, ਉਹੀ ਜਿਹੜੀਆਂ ਇਹਨਾਂ ਦੀਆਂ ਸਿਸਟਮ ਆ, ਮਨੂਵਾਦੀ ਸਿਸਟਮ ਆ, ਉਹ ਦੁਬਾਰਾ ਥੋਪਿਆ ਜਾ ਰਿਹਾ। ਜਿਵੇਂ ਅੱਗੇ ਤਾਂ ਅੰਗੂਠਾ ਕੱਟ ਲਿਆ ਜਾਂਦਾ ਸੀ ਇਕਲੱਭਿਆ ਦਾ, ਹੁਣ ਉਹ ਦੌਰ ਤਾਂ ਰਿਹਾ ਨਹੀਂ ਹੈਗਾ। ਹੁਣ ਇਸੇ ਤਰ੍ਹਾਂ ਡਿਗਰੀਆਂ ਰੋਕ ਕੇ, ਉਹਨਾਂ ਨੂੰ ਹੋਸਟਲਾਂ ਦੀਆਂ ਪ੍ਰੋਵੀਜ਼ਨਾਂ ਨਾ ਦੇ ਕੇ, ਇਹ ਸਾਰਾ ਕੁਝ ਵਿਦਿਆਰਥੀਆਂ ਨਾਲ ਜਿਹੜੇ ਇੱਥੋਂ ਦੇ SC ST ਸਟੂਡੈਂਟ ਆ, OBC ਸਟੂਡੈਂਟ ਆ, ਉਹਨਾਂ ਨੂੰ ਜਿਹੜਾ ਹੈਗਾ ਦੁਬਾਰਾ ਨਿਘਾਰ ਵੱਲ ਧੱਕਿਆ ਜਾ ਰਿਹਾ ਹੈਗਾ। ਤਾਂ ਲੱਗਦਾ ਕਿ ਇਸ ਤਰੀਕੇ ਨਾਲ ਰੋਕਿਆ ਜਾ ਸਕਦਾ, ਖਾਸ ਕਰਕੇ ਵਿਦਿਆਰਥੀ ਵਰਗ ਨੂੰ ਜਿਹੜਾ ਲਗਾਤਾਰ, ਕਿਉਂਕਿ ਵੱਖ-ਵੱਖ ਮੂਵਮੈਂਟ ਦੇ ਵਿੱਚ ਵੀ ਐਕਟਿਵ ਰਿਹਾ, ਵੱਖ-ਵੱਖ ਅਸੀਂ ਸਮੇਂ ਦੀ ਗੱਲ ਕਰ ਲਈ, ਹਰੇਕ ਮੂਵਮੈਂਟ ਦੇ ਵਿੱਚ ਜੇ ਵਿਦਿਆਰਥੀ ਵਰਗ ਨਾ ਹੁੰਦਾ ਤਾਂ ਬਹੁਤ ਸਾਰੀਆਂ ਮੂਵਮੈਂਟਾਂ ਫੇਲ ਹੋ ਜਾਂਦੀਆਂ, ਤਾਂ ਇਸ ਤਰੀਕੇ ਨਾਲ ਰੋਕਿਆ ਜਾ ਸਕਦਾ? ਦੇਖੋ ਜੀ, ਅਗਲੇ ਆਪਣੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਲੱਗਦਾ ਵੀ ਰੋਕਿਆ ਜਾ ਸਕਦਾ, ਕਿਉਂਕਿ ਉਹਨਾਂ ਦੇ ਗ੍ਰੰਥ ਕਹਿੰਦੇ ਆ, ਉਹਨਾਂ ਦੇ ਗ੍ਰੰਥਾਂ ਦੁਆਰਾ ਰੋਕਿਆ ਗਿਆ ਸੀ। ਪਰ ਅਸੀਂ ਦੱਸਣਾ ਚਾਹੁੰਦੇ ਆ ਕਿ ਅੱਜ ਉਹ ਗ੍ਰੰਥ ਨਹੀਂ, ਅੱਜ ਇੱਥੇ ਸੰਵਿਧਾਨ ਲਾਗੂ ਆ, ਤੇ ਲੋਕ ਆਪਦੇ ਹੱਕਾਂ ਲਈ ਸੁਚੇਤ ਆ, ਤੇ ਲੋਕ ਲੜਨਾ ਜਾਣਦੇ ਆ, ਤੇ ਆਪਦੇ ਹੱਕ ਲੈਣਾ ਜਾਣਦੇ ਆ, ਤੇ ਅਸੀਂ ਲੜਾਂਗੇ, ਆਪਦੇ ਹੱਕ ਲਵਾਂਗੇ। ਇਹ ਜਿਸ ਤਰੀਕੇ ਦੇ ਹਾਲਾਤ ਬਣੇ ਨੇ, ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਇੱਕ ਆਵਾਜ਼ ਚੱਲ ਰਹੀ ਸੀ ਕਿ ਕੇਂਦਰੀਕਰਨ ਹੋਊਗਾ, ਬਾਅਦ ਵਿੱਚ ਸਦਨ ਦੇ ਅੰਦਰ ਕਹਿ ਦਿੱਤਾ ਗਿਆ ਵੀ ਕੋਈ ਕੇਂਦਰੀਕਰਨ ਨਹੀਂ ਕੀਤਾ ਜਾ ਰਿਹਾ, ਰਿਪਲਾਈ ਕਰ ਦਿੱਤਾ ਗਿਆ, ਪਰ ਲੱਗਦਾ ਨਹੀਂ ਕਿ ਗਾਹੇ ਬਗਾਹੇ ਸਿੱਧੇ ਜਾਂ ਅਸਿੱਧੇ ਤੌਰ ਤੇ ਕੇਂਦਰੀਕਰਨ ਤਾਂ ਹੋਇਆ ਪਿਆ। ਜੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡੇ ਵੱਲੋਂ ਕੋਈ ਪਾਬੰਦੀ ਨਹੀਂ ਜਾਂ ਕੋਈ ਰੋਕ ਨਹੀਂ ਹੈਗੀ, ਤਾਂ VC ਸਾਹਿਬ ਆਪਣੀ ਮਰਜ਼ੀ ਕਰਦੇ? ਮੈਨੂੰ ਲੱਗਦਾ ਜੀ ਉਹ ਕੇਂਦਰੀਕਰਨ ਨਹੀਂ, ਉਹ ਭਗਵਾਂ ਕਰਨਾ। ਤੇ ਜਿਹੜਾ ਪੂਰੇ ਅਥਾਰਟੀ ਦੇ, ਜੇ ਅਸੀਂ ਇੱਥੇ ਰਹਿੰਦੇ ਆ, ਜਿਹੜਾ ਇੱਥੋਂ ਦਾ ਵਤੀਰਾ ਜਿਹੜਾ ਅਥਾਰਟੀ ਕਰਦੀ ਆ ਸਟੂਡੈਂਟਾਂ ਦੇ ਨਾਲ, ਭੇਦਭਾਵ ਕਰਦੀ ਆ, ਉਹ ਭਗਵਾਂ ਕਰਨਾ ਜਿਹੜਾ ਮੈਨੂੰ ਲੱਗਦਾ ਲਗਭਗ ਹੋ ਚੁੱਕਿਆ। ਉਹਦੇ ਲਈ ਸਾਰੇ ਸਟੂਡੈਂਟਾਂ ਨੂੰ ਰਲ ਕੇ ਲੜਨ ਦੀ ਲੋੜ ਆ, ਤੇ ਜਿਹੜੇ ਇਹ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ ਆ, ਜਾਂ ਜਿਹੜੇ ਆਪਦੇ ਬੱਚਿਆਂ ਦਾ ਫਿਊਚਰ ਬਚਾਉਣਾ ਚਾਹੁੰਦੇ ਆ, ਉਹਨਾਂ ਨੂੰ ਵੀ ਲੜਨ ਦੀ ਜ਼ਰੂਰਤ ਆ। ਜਿਵੇਂ ਅਸੀਂ ਕੱਲ੍ਹ ਨੂੰ ਇੱਕ ਵੱਡੀ ਕਾਲ ਦਿੱਤੀ ਆ ਫਿਊਚਰ ਲਈ, ਜਿਹੜਾ ਅੱਗੇ ਵੀ ਜਿਹੜਾ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਨਾ ਵਾਪਰਨ, ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਪੀਲ ਵੀ ਕਰਦੇ ਆ ਸਾਰੇ ਸਾਥੀਆਂ ਨੂੰ ਜਿਹੜੇ ਸਾਡੇ ਸਮਰਥਨ ਕਰਦੇ ਆ, ਜਿਹੜੇ ਇਸ ਭਗਵੇਂ ਤੋਂ ਸਾਨੂੰ ਬਚਾਉਣਾ ਚਾਹੁੰਦੇ ਆ, ਯੂਨੀਵਰਸਿਟੀ ਨੂੰ ਬਚਾਉਣਾ ਚਾਹੁੰਦੇ ਆ, ਦੇਸ਼ ਨੂੰ ਬਚਾਉਣਾ ਚਾਹੁੰਦੇ ਆ, ਉਹ ਵੀ ਸਾਡਾ ਆ ਕੇ ਸਮਰਥਨ ਕਰਨ। ਲੱਗਦਾ ਕਿ ਜਿਸ ਤਰੀਕੇ ਨਾਲ, ਕਿਉਂਕਿ ਸਰਕਾਰਾਂ ਕਹਿ ਰਹੀਆਂ, ਅਸੀਂ ਕੇਂਦਰ ਦੀ ਸਰਕਾਰ ਦੀ ਗੱਲ ਕਰ ਰਹੀ, 15 ਅਗਸਤ ਮੌਕੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵੀ ਸਪੀਚ ਸੁਣੀ ਹੋਣੀ ਹੈ, ਪੰਜਾਬ ਦੇ ਮੁੱਖ ਮੰਤਰੀ ਦੀ ਸਪੀਚ ਵੀ ਸੁਣੀ ਹੋਣੀ ਹੈ। ਹਰੇਕ ਵਿਅਕਤੀ ਆਪਣੇ ਬਿਆਨ ਦੇ ਵਿੱਚ ਇਹੀ ਕਹਿੰਦਾ ਕਿ ਅਸੀਂ ਵਧੀਆ ਐਜੂਕੇਸ਼ਨ ਦੇਣੀ ਹੈ, ਵਧੀਆ ਸਿਸਟਮ ਕ੍ਰੀਏਟ ਕਰਨਾ ਹੈਗਾ, ਤਾਂ ਜੋ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਫਾਇਦਾ ਹੋ ਸਕੇ। ਲੱਗਦਾ ਕਿ ਇਹ ਚੀਜ਼ਾਂ ਸਿਰਫ ਬਿਆਨਾਂ ਦੇ ਵਿੱਚ ਸੀਮਤ ਰਹਿ ਜਾਂਦੀਆਂ, ਜਦੋਂ ਜ਼ਮੀਨੀ ਹਕੀਕਤ ਦੀ ਗੱਲ ਹੁੰਦੀ ਹੈ ਤਾਂ ਤਸਵੀਰ ਕੁਝ ਹੋਰ ਹੋ ਜਾਂਦੀ ਹੈ। ਬਿਲਕੁਲ ਜੀ, ਇਹ ਬਿਆਨਾਂ ਦੇ ਵਿੱਚ ਸੀਮਤ ਆ। ਤੁਸੀਂ ਦੇਖਿਆ ਹੋ ਜਦੋਂ ਉਹਨਾਂ ਪ੍ਰਧਾਨ ਮੰਤਰੀਆਂ ਦੀ, ਉਹਨਾਂ ਮੁੱਖ ਮੰਤਰੀਆਂ ਦੀ ਸਪੀਚ ਚੱਲ ਰਹੀ ਸੀ, ਤੇ ਉੱਥੇ ਜਿਹੜਾ ਸਾਡਾ ਵਿਦਿਆਰਥੀ ਵਰਗ ਆ, ਬੇਰੁਜ਼ਗਾਰ ਵਰਗ ਆ, ਕਿਵੇਂ ਉੱਥੇ ਕੁੱਟਿਆ ਜਾ ਰਿਹਾ ਸੀ। ਇਹ ਬਿਲਕੁਲ ਸਾਨੂੰ ਜ਼ਾਹਿਰ ਆ ਵੀ ਇਹ ਬਿਆਨਾਂ ਦੇ ਵਿੱਚ ਹੀ ਆ। ਬਾਈ, ਲਗਾਤਾਰ ਧਰਨੇ ਤੇ ਬੈਠੇ ਹੋ, ਲੱਗਦਾ ਕਿ ਸਰਕਾਰ ਸੁਣੂਗੀ ਆਵਾਜ਼, ਜਾਂ ਫਿਰ ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ? ਇਹਦੇ ਬਾਰੇ ਕੀ ਸੋਚਿਆ ਹੈਗਾ? आज हमारा जो धरना है अम्बेडकर स्टूडेंट एसोसिएशन का, वो 6 अगस्त 2022 से लगातार जारी है, और आज हमारा 12वें दिन का जो धरना है। सरकार हमारी बात मानेगी
और क्योंकि सरकार को जो चलाने वाली जो पावर वो भारतीय संविधान है, और हम भी भारतीय संविधान के तहत ही आज अपना जो धरना वो जारी है। और जब तक सरकार नहीं मानेगी हम अपना धरना जारी रखेंगे, क्योंकि इन्होंने हमें उठाने की काफ़ी कोशिश की प्रशासन ने, चंडीगढ़ प्रशासन ने और पंजाब यूनिवर्सिटी के प्रशासन ने, लेकिन हम अड़िग हैं कि हम अपनी बात को मनाएंगे, क्योंकि हम कोई अपनी भीख नहीं मांग रहे, हम अपने अधिकार मांग रहे हैं। ਹੁਣ ਜੇ ਅਸੀਂ ਗੱਲ ਕਰੀਏ ਇਸ ਵੇਲੇ ਦਿੱਕਤਾਂ ਕੀ ਆ ਰਹੀਆਂ ਨੇ, ਕਿਉਂਕਿ ਜਿਸ ਤਰੀਕੇ ਨਾਲ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਡਿਗਰੀਆਂ ਹੋਲਡ ਕੀਤੀਆਂ ਹੋਈਆਂ ਨੇ, ਬਹੁਤ ਸਾਰੇ ਐਸੇ ਵਿਦਿਆਰਥੀ ਹੋਸਟਲਾਂ ਦੇ ਵਿੱਚ ਵੀ ਜਾਣ ਤੋਂ ਉਹਨਾਂ ਨੂੰ ਉੱਥੇ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ। ਲੱਗਦਾ ਕਿ ਇਹ ਸਾਰੀਆਂ ਚੀਜ਼ਾਂ, ਇਸ ਤੋਂ ਇਲਾਵਾ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਐਸਸੀ ਵਿਦਿਆਰਥੀਆਂ ਨੂੰ ਖਾਸ ਕਰਕੇ ਦੇਖਣੀਆਂ ਪੈ ਰਹੀਆਂ ਇੱਥੇ? सबसे पहले तो सर यही है कि जब विद्यार्थी को मतलब जब रहने के लिए कमरा ही नहीं मिलेगा, जो हमारा दूसरा मुद्दा है हॉस्टल का। अब क्लास में आगे अब एडमिशन हो गया, एडमिशन के बाद जब उनके पास रहने को ही जगह नहीं होगी तो वो बेचारे कहाँ रहेंगे, क्योंकि बाहर 15 सेक्टर में इतना महंगा है और पूरे चंडीगढ़ में इतना महंगा है। तो जब हॉस्टल में रहने को जगह नहीं मिलेगी तो विद्यार्थी जो है शेड्यूल कास्ट का, शेड्यूल ट्राइब या फिर हम पिछड़े वर्ग के जो हमारे छात्र हैं, उनकी मजबूरी बन जाती है पंजाब यूनिवर्सिटी जैसे इंस्टीट्यूट्स को छोड़ने की, क्योंकि उनके पास रहने को पैसा नहीं है। और जब उनको रहने के पास पैसा ही नहीं होगा तो बेचारे छोड़ के अपनी जो पढ़ाई वो बीच में छोड़ देते हैं। जैसे तैसे करके कोई विद्यार्थी हमारे संपर्क में या किसी अपने दोस्त के साथ रहकर अपना स्थान मतलब अपनी जो पढ़ाई वो पूरी करता है, तो लास्ट में पंजाब यूनिवर्सिटी प्रशासन जो है वो उसकी डिग्री रोक लेता है। फिर उसको उसके लिए भी अपनी लड़ाई लड़नी पड़ती है कि जो मेरा अधिकार है, जो मेरी पढ़ाई का जो लास्ट परिणाम है वो मेरे को दे। लेकिन पंजाब यूनिवर्सिटी कहती है कि हम आपको वो जो राइट है, वो जो आपकी डिग्री है वो हम आपको नहीं दे सकते, क्योंकि आपकी जो स्कॉलरशिप है वो नहीं आई। अब जो स्कॉलरशिप की बात, जैसे हमारे चेयरमैन साहब ने बताया कि पंजाब यूनिवर्सिटी को जो है पंजाब गवर्नमेंट ने भी लेटर लिखा है, और जो स्कीम है सेंट्रल गवर्नमेंट की है, ना किसी स्टेट की है, सेंट्रल गवर्नमेंट की है। तो सेंट्रल गवर्नमेंट का और स्टेट गवर्नमेंट जब कह रही है कि बच्चों को आप डिग्रियाँ दे दो, रोल नंबर दे दो, डीएमसी दे दो, आपका पैसा हम देंगे, तो उसके बाद भी अगर पंजाब यूनिवर्सिटी या फिर अन्य जो भी जितनी भी संस्थाएं हैं, शिक्षण संस्थाएं, अगर वो डिग्रियाँ बच्चों की रोक रही, रोल नंबर रोक रही हैं, तो सीधे तौर पर जाहिर होता है कि जो स्कॉलरशिप मिलती हैं वो जो पीड़ित जो छात्र हैं किसी भी जाति धर्म से हों उनको मिलती है। अगर आप उनको वो चीज़ नहीं दे रहे तो इसका मतलब सीधा ये है कि आप उन लोगों के खिलाफ हैं, और वो खिलाफ यही है कि आपकी मानसिकता जो है वो गलत है। और वो मानसिकता फिर हम, जैसे देवेंद्र ने भी बताया, कि पिछली जो इनकी ग्रंथ हैं वहीं से आता है, और जब हम उन ग्रंथों को पढ़ते तो हमें पता भी चलता है कि ये ग्रंथ हमारे फेवर के नहीं है। ਗੁਰਦੀਪ, ਅਖੀਰ ਤੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਤੱਕ ਪਹੁੰਚ ਕਰ ਲਈ, ਸਰਕਾਰਾਂ ਤੱਕ ਪਹੁੰਚ ਕਰਨ ਤੋਂ ਬਾਅਦ ਵੀ ਮਸਲੇ ਦਾ ਹੱਲ ਨਹੀਂ ਹੋ ਰਿਹਾ ਹੈ, ਤਾਂ ਅਗਲਾ ਵਿਕਲਪ ਕੀ ਬਚਦਾ ਵਿਦਿਆਰਥੀਆਂ ਦੇ ਕੋਲ? ਵਿਕਲਪ ਤਾਂ ਇਹੀ ਆ ਕਿ ਪਹਿਲਾਂ ਤਾਂ ਅਸੀਂ ਇਹ ਆ ਕਿ ਇਹਨਾਂ ਨੂੰ ਲੱਗਦਾ ਹੋਊਗਾ ਕਿ ਅਸੀਂ ਇਹਨਾਂ ਨੂੰ ਥਕਾ ਦੇਵਾਂਗੇ। ਅਸੀਂ ਥੱਕਣ ਵਾਲੇ ਨਹੀਂ ਹੈਗੇ, ਤੇ ਅਸੀਂ ਪਹਿਲਾਂ ਵੀ ਵੱਡੇ ਵੱਡੇ ਧਰਨੇ ਲਾਏ ਨੇ, ਤੇ ਅਸੀਂ ਹੁਣ ਕੱਲ੍ਹ ਦੀ ਵੀ ਇੱਕ ਕਾਲ ਦਿੱਤੀ ਆ। ਇਸ ਤੋਂ ਬਾਅਦ ਜੇ ਹੁਣ 2-4 ਦਿਨਾਂ ਸਾਡੀ ਗੱਲ ਨਹੀਂ ਮੰਨੀ ਜਾਂਦੀ ਤੇ ਅਸੀਂ ਹੋ ਸਕਦਾ ਕਿ ਅਸੀਂ ਵੀਸੀ ਆਫਿਸ ਬੰਦ ਕਰ ਦਈਏ, ਪਰਮਾਨੈਂਟਲੀ ਬੰਦ ਕਰ ਦਈਏ, ਕਿ ਇੱਥੇ ਆਉਣਾ ਜਾਣਾ ਵੀਸੀ ਦਾ ਵੀ ਜਿਹੜਾ ਹੋ ਜਾਵੇ, ਆਪਣਾ ਬੰਦ ਹੋ ਜਾਵੇ। ਤੇ ਦੂਜੀ ਗੱਲ ਆ, ਇਹਨਾਂ ਨੇ ਸਾਨੂੰ ਤੰਗ ਕਰਨ ਦੀ ਇੱਕ ਹੋਰ ਕੋਸ਼ਿਸ਼ ਵੀ ਕੀਤੀ ਹੈ। ਤੁਸੀਂ ਦੇਖਿਆ ਹੋਵੇਗਾ ਪਹਿਲਾਂ ਵੀ ਇੱਥੇ ਧਰਨੇ ਲੱਗੇ ਸੀ, ਉਦੋਂ ਇੱਥੇ ਬਿਜਲੀ ਦੀ ਸਪਲਾਈ ਹੁੰਦੀ ਸੀ, ਇਹਨਾਂ ਨੇ ਸਾਡੀ ਲਾਈਟ ਵੀ ਨਹੀਂ ਸਾਨੂੰ ਲਾਉਣ ਦਿੱਤੀ, ਬਿਜਲੀ ਦੀ ਤਾਰ ਵੀ ਨਹੀਂ ਲਾਉਣ ਦਿੱਤੀ। ਇਹ ਵੀ ਇੱਕ ਤਰ੍ਹਾਂ ਦਾ ਜਿੱਦਾਂ ਸੋਸ਼ਲ ਬਾਈਕਾਟ ਹੁੰਦਾ ਕਿ ਜਿਹੜੀ ਬੇਸਿਕ ਫੈਸਿਲਿਟੀਜ਼ ਹੁੰਦੀਆਂ ਨੇ ਉਹਨਾਂ ਤੋਂ ਵੀ ਬੰਦੇ ਨੂੰ ਜਿਹੜਾ ਨਹੀਂ ਮੁਹੱਈਆ ਕਰਾਉਣੀਆਂ, ਤੇ ਇਸ ਤਰੀਕੇ ਨਾਲ ਤੰਗ ਕਰ ਰਹੇ ਨੇ। ਪਰ ਅਸੀਂ ਨਹੀਂ ਤੰਗ ਹੋਣੇ ਵਾਲੇ, ਅਸੀਂ ਲੜਾਂਗੇ ਜਦੋਂ ਤੱਕ ਕਿ ਸਾਡਾ ਜਿਹੜਾ ਧਰਨਾ ਨਹੀਂ ਉਹ ਆਪਣਾ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਤਾਂ ਇੱਕ ਪਾਸੇ ਵੱਡੇ ਵੱਡੇ ਦਾਅਵੇ ਹੋ ਰਹੇ ਨੇ ਕਿ ਦੇਸ਼ ਦੇ ਵਿੱਚ ਸਾਰਾ ਕੁਝ ਵਧੀਆ ਚੱਲ ਰਿਹਾ ਹੈਗਾ, ਦੇਸ਼ ਲੀਹਾਂ ਤੇ ਆ ਰਿਹਾ ਹੈਗਾ, ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ, ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ, ਸਿੱਖਿਆ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਮੁਫਤ ਐਜੂਕੇਸ਼ਨ, ਮੁਫਤ ਹੈਲਥ ਸੁਵਿਧਾਵਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਪਰ ਦੂਜੇ ਪਾਸੇ ਇਹਨਾਂ ਵਿਦਿਆਰਥੀਆਂ ਦੇ ਨਾਲ ਜਿਸ ਤਰੀਕੇ ਦਾ ਵਤੀਰਾ ਹੋ ਰਿਹਾ, ਇਹ ਵਿਦਿਆਰਥੀ ਛੋਟਾ ਤਬਕਾ ਨਹੀਂ ਹੈਗਾ, ਵੱਡਾ ਤਬਕਾ ਹੈਗਾ ਜਿਹੜਾ ਲਗਾਤਾਰ ਮੰਗ ਕਰ ਰਿਹਾ ਹੈਗਾ। ਫਿਲਹਾਲ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ, ਤੁਸੀਂ ਵੀ ਬਿਹਤਰ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਦਿਖਾਵੇ ਕੁਝ ਕੀਤਾ ਜਾਂਦਾ, ਬਿਆਨ ਕੁਝ ਦਿੱਤੇ ਜਾਂਦੇ ਨੇ, ਪਰ ਅਸਲ ਹਕੀਕਤ, ਜ਼ਮੀਨੀ ਜਿਹੜੀ ਹਕੀਕਤ ਹੈ ਉਹ ਜਦੋਂ ਅਸੀਂ ਇੱਦਾਂ ਵਿਦਿਆਰਥੀਆਂ ਦੇ ਵਿੱਚ ਵਿਚਰਦੇ ਹਾਂ ਤਾਂ ਉਦੋਂ ਸਾਹਮਣੇ ਆਉਂਦੀ ਹੈ, ਪਤਾ ਲੱਗਦਾ ਹੈਗਾ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਸਲੇ ਦੇ ਬਾਬਤ ਜਿਸ ਤਰੀਕੇ ਨਾਲ ਸਰਕਾਰਾਂ ਦੇ ਵੱਲੋਂ ਤਾਂ ਆਪਣੇ ਵੱਲੋਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਕੋਈ ਰੁਕਾਵਟ ਨਹੀਂ ਪਾਈ, ਤਾਂ ਵੀਸੀ ਸਾਹਿਬ ਨੂੰ ਕੀ ਦਿੱਕਤ ਹੈਗੀ ਹੈ ਜਾਂ ਕਿੱਥੋਂ ਇਹ ਕੁੰਡੀ ਅੜੀ ਹੋਈ ਹੈ, ਇਹ ਦੇਖਣਾ ਹੋਵੇਗਾ, ਤੇ ਕਦੋਂ ਤੱਕ ਇਹ ਸੁਲਝਦੀ ਹੈ ਤਾਣੀ ਇਹ ਵੀ ਦੇਖਣਾ ਹੋਵੇਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।